ਵਿਰਾਸਤ ਟੀਵੀ ਲਾਈਵ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਅਤੇ ਆਦਾਬ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਲਵਪ੍ਰੀਤ ਲਵੀ ਦੇ ਪਰਿਵਾਰ ਦੀ ਇੰਟਰਵਿਊ ਅਤੇ ਇਸ ਇੰਟਰਵਿਊ ਵੱਲ ਲੈ ਕੇ ਜਾਣ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਜਿਹੜੇ ਦੋਸਤ ਵਿਰਾਸਤ ਟੀਵੀ ਲਾਈਵ YouTube ਚੈਨਲ 'ਤੇ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਕਰ ਦੇਣ ਅਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਔਨ ਕਰਨਾ ਨਾ ਭੁੱਲਣਾ। ਹੁਣ ਤੁਹਾਨੂੰ ਲੈ ਚੱਲਦੇ ਹਾਂ ਇਸ ਇੰਟਰਵਿਊ ਦੇ ਵੱਲ। ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ ਤੇ ਮੈਂ ਕੁਲਵਿੰਦਰ ਸਿੰਘ। ਜੇਕਰ ਅੱਜ ਦੇ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਜਿਵੇਂ ਆਮ ਤੌਰ ਤੇ ਗੱਲਾਂ ਹੁੰਦੀਆਂ ਨੇ ਕਿ ਇਨਸਾਨੀ ਕਦਰਾਂ ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਗਿਰਾਵਟ ਆਈ ਹੈ, ਉੱਥੇ ਹੀ ਇਹ ਗਿਰਾਵਟ ਰਿਸ਼ਤਿਆਂ ਦੇ ਵਿੱਚ ਹੀ ਸਾਫ਼ ਤੌਰ ਤੇ ਦੇਖਣ ਨੂੰ ਮਿਲਦੀ ਹੈ। ਪਰ ਦੋਸਤੋ, ਕੁਝ ਰਿਸ਼ਤੇ ਅਜਿਹੇ ਹੁੰਦੇ ਨੇ ਜਿਹੜੇ ਕਿ ਇਹਨਾਂ ਗਿਰਾਵਟਾਂ ਤੋਂ, ਇਹਨਾਂ ਕਦਰਾਂ ਕੀਮਤਾਂ ਤੋਂ ਬਹੁਤ ਜ਼ਿਆਦਾ ਉੱਪਰ ਹੁੰਦੇ ਨੇ। ਉਹਨਾਂ ਹੀ ਰਿਸ਼ਤਿਆਂ ਦੇ ਵਿੱਚੋਂ ਇੱਕ ਰਿਸ਼ਤਾ ਹੁੰਦਾ ਹੈ ਸੱਸ ਤੇ ਜਵਾਈ ਦਾ, ਜਿੱਥੇ ਜਵਾਈ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਤੋਂ ਬਾਅਦ, ਆਪਣੀ ਮੈਰਿਜ ਤੋਂ ਬਾਅਦ ਆਪਣੀ ਸੱਸ ਨੂੰ ਆਪਣੀ ਮਾਂ ਦਾ ਰੁਤਬਾ ਦਿੰਦਾ ਹੈ। ਉੱਥੇ ਇੱਕ ਸੱਸ ਵੱਲੋਂ ਵੀ ਆਪਣੇ ਜਵਾਈ ਨੂੰ, ਆਪਣੇ ਜਵਾਈ ਦੇ ਵਿੱਚ ਆਪਣੇ ਪੁੱਤ ਦੀ ਸ਼ਕਲ ਦੇਖੀ ਜਾਂਦੀ ਹੈ। ਉਹਨਾਂ ਦੀ ਤਰੱਕੀ ਦੇ ਲਈ, ਉਹਨਾਂ ਦੀ ਕਾਮਯਾਬੀ ਦੇ ਲਈ, ਉਹਨਾਂ ਦੀਆਂ ਵੱਡੀਆਂ ਉਮਰਾਂ ਦੇ ਲਈ ਹਮੇਸ਼ਾ ਹੀ ਇੱਕ ਸੱਸ ਦੁਆਵਾਂ ਕਰਦੀ ਹੈ ਪਰਮਾਤਮਾ ਦੇ ਅੱਗੇ। ਪਰ ਦੋਸਤੋ, ਅੱਜ ਜੋ ਕੇਸ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ, ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਇਸ ਇੱਕ ਪਾਕ ਪਵਿੱਤਰ ਰਿਸ਼ਤੇ ਤੇ ਇੱਕ ਕੁਐਸਚਨ ਮਾਰਕ ਖੜਾ ਹੋ ਗਿਆ, ਉੱਥੇ ਇਸ ਰਿਸ਼ਤੇ ਤੇ ਇੱਕ ਵੱਡਾ ਕਲੰਕ ਵੀ ਕਹਿ ਸਕਦੇ ਹਾਂ ਲਗਾਇਆ ਗਿਆ ਹੈ। ਜਿੱਥੇ ਕਿ ਇੱਕ ਸੱਸ ਵੱਲੋਂ, ਜਿਸ ਨੇ ਕਿ ਆਪਣੀ ਹੀ ਉਸ ਬੱਚੀ ਜੋ ਕਿ ਉਸਦੀ ਆਪਣੀ ਸਕੀ ਧੀ ਸੀ, ਉਸ ਦੇ ਸੁਹਾਗ ਦਾ ਕਤਲ ਕੀਤਾ ਹੈ। ਆਪਾਂ ਗੱਲ ਕਰ ਰਹੇ ਹਾਂ ਲਵਪ੍ਰੀਤ ਸਿੰਘ ਲਵੀ, ਮਲੇਰਕੋਟਲਾ ਦੇ ਨੇੜੇ, ਜੋ ਧੰਨੋ ਪਿੰਡ ਦਾ ਨੌਜਵਾਨ ਸੀ, ਜਿਸ ਬਾਰੇ ਕਿ ਪਹਿਲਾਂ ਵੀ ਆਪਾਂ ਤੁਹਾਨੂੰ ਅਪਡੇਟ ਦਿੱਤੇ ਸੀ ਕਿ ਜਿਸ ਦੀ ਸੱਸ ਵੱਲੋਂ, ਉਹਦੇ ਸਹੁਰੇ ਪਰਿਵਾਰ ਵੱਲੋਂ ਉਸ ਨੌਜਵਾਨ ਨੂੰ ਜ਼ਹਿਰੀਲਾ ਟੀਕਾ ਲਵਾ ਕੇ ਮਾਰਨ ਦੀ ਜੋ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਉਹ ਨੌਜਵਾਨ ਇਸ ਸਮੇਂ ਦੁਨੀਆ ਦੇ ਵਿੱਚ ਨਹੀਂ ਹੈ। ਆਪਣੇ ਮਾਤਾ ਪਿਤਾ ਦਾ ਇਕਲੌਤਾ ਸਹਾਰਾ ਉਹ ਨੌਜਵਾਨ, ਉਸ ਦੀ ਜੰਗ, ਉਸ ਦੇ ਇਨਸਾਫ ਦੀ ਲੜਾਈ ਲੜ ਰਿਹਾ ਉਸ ਦਾ ਪਿਤਾ, ਤੇ ਨਾਲ ਹੀ ਐਡਵੋਕੇਟ ਸੁਨੀਲ ਮੱਲਨ ਜੀ, ਜੋ ਕਿ ਇਸ ਕੇਸ ਦੇ ਵਿੱਚ ਅਹਿਮ ਸਥਾਨ ਰੱਖਦੇ ਨੇ। ਉਸ ਕੇਸ ਦੇ ਵਿੱਚ ਹੁਣ ਕੀ ਹੋ ਰਿਹਾ ਹੈ ਅੱਗੇ, ਕਿਉਂਕਿ ਜਿਵੇਂ ਪਹਿਲਾਂ ਤੁਹਾਨੂੰ ਅਪਡੇਟ ਦਿੱਤਾ ਸੀ ਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਕੁਝ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਜ਼ਮਾਨਤ ਲਈ ਗਈ ਸੀ, ਜੋ ਕਿ ਜ਼ਮਾਨਤਾਂ ਰੱਦ ਕਰਵਾ ਦਿੱਤੀਆਂ ਗਈਆਂ ਸੀ। ਜਿਸ ਤੋਂ ਬਾਅਦ ਉਹਨਾਂ ਦੇ ਸਹੁਰਾ ਪਰਿਵਾਰ ਨੇ ਮਾਨਯੋਗ ਹਾਈ ਕੋਰਟ ਦਾ ਰੁਖ ਕੀਤਾ ਤੇ ਅੱਜ ਲਵਪ੍ਰੀਤ ਸਿੰਘ ਲਵੀ ਦੇ ਪਿਤਾ ਜੀ, ਉਹਨਾਂ ਦੇ ਫੁੱਫੜ ਜੀ ਤੇ ਮਾਮਾ ਜੀ ਸਾਡੇ ਨਾਲ ਨੇ ਤੇ ਗੱਲਬਾਤ ਕਰਦੇ ਨਾਲ ਐਡਵੋਕੇਟ ਸੁਨੀਲ ਮੱਲਨ ਜੀ ਵੀ ਨੇ। ਤੇ ਤੁਹਾਨੂੰ ਦੱਸਦੇ ਹਾਂ ਕਿ ਇਸ ਕੇਸ ਦੇ ਵਿੱਚ ਇਸ ਸਮੇਂ ਕੀ ਚੱਲ ਰਿਹਾ, ਕੀ ਕਾਰਵਾਈ ਹੋਈ ਹੈ ਤੇ ਕੀ ਹੁਣ ਮਾਨਯੋਗ ਅਦਾਲਤ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਹੈ ਜ਼ਮਾਨਤ ਦੀ ਅਰਜ਼ੀ ਤੇ, ਉਸ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਇਆ ਹੈ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਰ। ਜਿਵੇਂ ਕਿ ਪਹਿਲਾਂ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਦੱਸਿਆ ਸੀ ਕਿ ਜੋ ਜ਼ਮਾਨਤ ਅਰਜ਼ੀ ਸੀ ਲਵਪ੍ਰੀਤ ਲਵੀ ਦੇ ਸਹੁਰੇ ਪਰਿਵਾਰ ਦੀ, ਜੋ ਲੁਧਿਆਣਾ ਜ਼ਿਲ੍ਹਾ ਅਦਾਲਤ ਸੀ, ਉਸ ਵੱਲੋਂ ਰੱਦ ਕਰ ਦਿੱਤੀ ਗਈ ਸੀ। ਜ਼ਾਹਿਰ ਸੀ ਕਿ ਉਸ ਤੋਂ ਬਾਅਦ ਉਹ ਪਰਿਵਾਰ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਜਾਣਾ ਸੀ। ਇਹ ਵੀ ਪਤਾ ਲੱਗਿਆ ਸੀ ਕਿ ਹਾਈ ਕੋਰਟ ਦੇ ਵਿੱਚ ਜ਼ਮਾਨਤ ਅਰਜ਼ੀ ਲਗਾਈ ਗਈ ਹੈ ਤੇ ਹੁਣ ਉਹ ਜ਼ਮਾਨਤ ਅਰਜ਼ੀ ਦਾ ਕੀ ਬਣਿਆ ਜੀ, ਕੀ ਸਟੇਟਸ ਹੈ? ਮੈਂ ਦਰਸ਼ਕਾਂ ਨੂੰ ਦੱਸ ਦਿੰਦਾ ਕਲੀਅਰਲੀ ਕਿ ਇੱਕ ਆਦਮੀ ਦਾ ਅਧਿਕਾਰ ਹੈ। ਮੰਨ ਲਓ ਇੱਕ ਅਦਾਲਤ ਨੇ ਉਹਦੀ ਜੇ ਜ਼ਮਾਨਤ ਰੱਦ ਕੀਤੀ, ਉਸ ਤੋਂ ਵੱਡੀ ਅਦਾਲਤ 'ਚ ਜਾਵੇ, ਜੇ ਉੱਥੇ ਵੀ ਨਾ ਮਿਲੇ ਫਿਰ ਉਸ ਤੋਂ ਵੱਡੀ ਅਦਾਲਤ 'ਚ ਜਾਵੇ। ਬਟ ਇਹ ਸਾਰੀਆਂ ਗੱਲਾਂ ਦੇ ਪਿੱਛੇ ਇੱਕ ਸੱਚ ਤੇ ਟਰੈਵਲ ਕਰਦਾ ਹੈ, ਤੇ ਉਹ ਡਰ ਵੀ ਟਰੈਵਲ ਕਰਦਾ ਹੈ। ਸੋ ਮਾਨਯੋਗ ਹਾਈ ਕੋਰਟ 'ਚ ਆਏ ਨੇ ਉਹ ਲੋਕ। ਜਿਹੜੀ ਸਾਡੀ ਅਦਾਲਤਾਂ ਨੇ ਨਾ, ਬੜਾ ਕਲੀਅਰ ਸਿਸਟਮ ਚਲਾਉਂਦੀਆਂ, ਕਿਸ ਤਰ੍ਹਾਂ ਕਿ ਉਹ ਦੋਨੋਂ ਪੱਖਾਂ ਨੂੰ ਪੂਰਾ ਦੇਖਣਾ ਚਾਹੁੰਦੇ ਆ। ਉਹ ਇੱਕ ਪੱਖ ਨੂੰ ਸੁਣ ਕੇ ਇੱਕੋ ਥਾਂ 'ਤੇ ਬਾਇਸ ਹੋ ਕੇ ਨੈਗੇਟਿਵ ਮੈਸੇਜ ਵੀ ਨਹੀਂ ਦਿੰਦੇ। ਤਾਂ ਕਰਕੇ ਹੀ ਸਾਡੀਆਂ ਅਦਾਲਤਾਂ 'ਚ ਦੇਰ ਲੱਗਦਾ, ਕਿਉਂਕਿ ਸ਼ੈਤਾਨ ਆਦਮੀ ਆਪਣੇ ਸਹੀ ਪੱਖ ਨਹੀਂ ਦਿੰਦਾ। ਉਹ ਸਾਨੂੰ ਜੱਦੋ-ਜਹਿਦ ਕਰਕੇ ਲੱਭ ਕੇ ਰੱਖਣੇ ਪੈਂਦੇ ਨੇ। ਹੁਣ ਇਸ ਕੇਸ ਵਿੱਚ ਪੁਲਿਸ ਉਹਨਾਂ ਨਾਲ ਰਲੀ ਹੈ। ਮੈਂ ਕਲੀਅਰ ਕਹਿੰਦਾ ਪਿਆ, ਪੁਲਿਸ ਨੇ ਮਤਲਬ ਹਜ਼ਾਰਾਂ ਜਾਂ ਲੱਖਾਂ ਹੀ ਲਏ ਹੋਣੇ ਨੇ, ਜਿਹਦੇ ਕਰਕੇ ਉਹਨਾਂ ਦੀ ਫੇਵਰ ਕੀਤੀ ਜਾ ਰਹੀ ਹੈ। ਹਾਲੇ ਤੱਕ ਚਸ਼ਮਦੀਦ ਗਵਾਹ ਦੀ ਗਵਾਹੀ ਨਹੀਂ ਹੋਈ। ਰਾਦਰ ਉਹਨੂੰ ਇੱਕ ਝੂਠੇ ਕੇਸ 'ਚ ਫਸਾਇਆ ਗਿਆ। ਉਹਨੂੰ ਬਾਹਰ ਕੱਢਣ ਤੋਂ ਬਾਅਦ ਵੀ ਉਹਦੀ ਗਵਾਹੀ ਨਹੀਂ ਹੋਈ। ਜਿਹੜਾ ਬੰਦਾ ਲਾਸਟ ਲਵੀ ਜਿਹੜਾ ਸਾਡਾ ਵੀਰ ਹੈ, ਉਹ ਫੋਨ ਕਰਦਾ ਉਹਨੂੰ ਕਿ ਮੈਨੂੰ ਬਚਾ ਲੈ ਆ ਕੇ, ਔਰ ਉਹ ਜਾਂਦਾ ਵੀ ਹੈ ਮੌਕੇ 'ਤੇ। ਔਰ ਉਸ ਸਾਹ ਚੱਲਦੇ ਸੀ ਜਦੋਂ ਲਵੀ ਦੇ, ਉਸ ਵੇਲੇ ਉਹਨੂੰ ਘਰ ਜਾ ਕੇ ਵੇਖਦਾ, ਸਹੁਰੇ ਘਰ ਜਾ ਕੇ, ਕਿ ਉਹਦੀ ਬੋਡੀ ਨੂੰ ਕਾਰ 'ਚ ਪਾਉਂਦੇ ਪਏ ਨੇ। ਜਦੋਂ ਕਾਰ 'ਚ ਬੋਡੀ ਪਾਈ, ਉਸ ਵੇਲੇ ਵੀ ਉਹਨੇ ਉਹਦੀ ਮਦਦ ਕੀਤੀ। ਉਸ ਤੋਂ ਬਾਅਦ ਉਹ ਇੱਕ ਨੇੜੇ ਦੇ ਹਸਪਤਾਲ 'ਚ ਲੈ ਕੇ ਜਾਂਦੇ ਨੇ। ਨੇੜੇ ਦਾ ਹਸਪਤਾਲ ਕਹਿੰਦਾ ਕਿ ਨਹੀਂ, ਸਾਡੇ ਕੋਲ ਨਹੀਂ ਹੋਣਾ, ਇਹਨੂੰ DMC ਲੈ ਜਾਓ। ਜ਼ਿਆਦਾ ਗੱਲਾਂ ਪਰਿਵਾਰ ਦੱਸੇਗਾ, ਮੈਂ ਮੋਟਾ ਦੱਸ ਰਿਹਾ। ਫਿਰ ਰਸਤੇ 'ਚ ਕਹਿੰਦੇ ਜੀ ਗੱਡੀ ਖਰਾਬ ਹੋ ਗਈ।
ਤਾਂ ਕਿ ਟਾਈਮ ਮੈਕਸਿਮਮ ਵੇਸਟ ਹੋ ਜੇ ਕਿ ਇਹ ਬੰਦਾ ਜਿੰਦਾ ਨਾ ਬਚੇ, ਜਿੰਦਾ ਬਚ ਗਿਆ ਤਾਂ ਸਾਡੇ ਖਿਲਾਫ ਗਵਾਹੀ ਦੇ ਜਾਏਗਾ। ਬਟ ਜਿਹੜਾ ਹੁੰਦਾ ਨਾ ਜੁਰਮ, ਉਹ ਬੋਲਦਾ ਹੈ ਕਿਤੇ ਨਾ ਕਿਤੇ। ਹੁਣ ਮਾਨਯੋਗ ਜਿਹੜੀ ਸੈਸ਼ਨ ਕੋਰਟ ਹੈ ਉਹਨਾਂ ਨੇ ਕਲੀਅਰ ਲਿਖਿਆ, ਉਹਦੇ ਵਿੱਚ ਵੀ ਪਹਿਲਾਂ ਇਹਨਾਂ ਨੂੰ ਇਨਟਰਮ ਸਟੇ ਮਿਲੀ ਸੀ, ਇਨਟਰਮ ਸਟੇ ਮਿਲ ਕੇ ਇਹਨਾਂ ਦੀਆਂ ਜ਼ਮਾਨਤਾਂ ਰੱਦ ਹੋ ਗਈਆਂ। ਔਰ ਮਾਨਯੋਗ ਲੋਅਰ ਕੋਰਟ ਨੇ, ਸੈਸ਼ਨ ਕੋਰਟ ਨੇ ਕਲੀਅਰ ਲਿਖਿਆ ਕਿ ਇਹ ਮਰਡਰ ਵੀ ਹੋ ਸਕਦਾ ਹੈ। ਜੇ ਕੋਰਟ ਨੇ ਲਿਖਿਆ ਵੀ ਇਹ ਕਤਲ ਹੋ ਸਕਦਾ ਹੈ, ਔਰ ਪੁਲਿਸ ਦੀ ਵੀ ਲਿਖਿਆ ਵੀ ਪੁਲਿਸ ਨੇ ਕਹਿ ਦਿੱਤਾ ਕਿ ਮੈਨੂੰ ਇਸ ਬੰਦਿਆਂ ਦੀ ਲੋੜ ਨਹੀਂ, ਬਟ ਮੈਨੂੰ ਡਾਊਟ ਹੈ ਇਹਨਾਂ ਦੀ ਕਲੀਅਰ ਇਨਵੈਸਟੀਗੇਸ਼ਨ ਨਹੀਂ ਹੋ ਰਹੀ। ਕੋਰਟ ਦੀ ਫਾਈਂਡਿੰਗ ਇੰਪੋਰਟੈਂਟ ਹੈ, ਨਾ ਕਿ ਕਿਸੇ ਹੋਰ ਦੀ ਫਾਈਂਡਿੰਗ ਔਰ ਹਾਲਾਤਾਂ ਦੀ। ਔਰ ਹਾਲਾਤ ਚੀਕ ਚੀਕ ਕੇ ਬੋਲਦੇ ਨੇ। ਜੇ ਕੁੜੀ ਵਾਲੇ ਸੱਚੇ ਸੀ, ਜਦੋਂ ਉਹਨੂੰ ਗੱਡੀ 'ਚੋਂ, ਮੰਨ ਲਓ ਗੱਡੀ ਖਰਾਬ ਹੋ ਗਈ, ਗੱਡੀ 'ਚੋਂ ਲਾ ਕੇ ਆਟੋ 'ਚ ਪਾਇਆ ਗਿਆ, ਫਿਰ ਨਾਲ ਕਿਉਂ ਨਹੀਂ ਗਏ? ਚਲੋ ਸਹੁਰਾ ਗੱਡੀ ਲਾਂਦਾ ਪਿਆ ਸੀ ਸਾਈਜ਼ ਤੇ, ਸੱਸ ਤੇ ਜਿਹਦਾ ਘਰ ਵਾਲਾ ਮਰਦਾ ਪਿਆ ਹੋਵੇ, ਚਾਹੇ ਉਹਨੇ ਆਤਮ ਹੱਤਿਆ ਹੀ ਕੀਤੀ ਹੋਵੇ, ਮੰਨ ਲਓ 1 ਮਿੰਟ ਲਈ, ਉਹਦੀਆਂ ਤੇ ਅੰਦਰਾਂ ਚੀਕਣੀਆਂ ਚਾਹੀਦੀਆਂ ਕਿ ਇਹ ਚੱਲਿਆ, ਇਹਨੂੰ ਬਚਾ ਲਓ ਕਿਸੇ ਤਰੀਕੇ। ਦੇਰ ਕਿਉਂ ਲਾਈ? ਸੋ ਉਹਦਾ ਇੱਕ ਪਲ ਦਾ ਵੀ ਨਹੀਂ ਵਿਸਾਰ, ਇੱਕ ਪਲ ਦਾ ਵਸਾਹ ਨਹੀਂ। ਡਾਕਟਰਾਂ ਦੇ ਕੱਪੜੇ ਪਾੜਨ ਤੱਕ ਜਾਂਦੇ ਨੇ ਲੋਕ, ਤੇ ਇਹਦੇ 'ਚ ਉਹਨਾਂ ਨੇ ਡਾਕਟਰਾਂ ਦੀ ਕੋਈ ਸ਼ਿਕਾਇਤ ਨਹੀਂ, ਡਾਕਟਰਾਂ ਬਾਰੇ ਕੁਝ ਨਹੀਂ। ਕਿਉਂਕਿ ਜਿਹੜੀ ਸਾਡੇ ਲਵੀ ਦੀ ਸੱਸ ਹੈ ਉਹ ਇੱਕ ਪ੍ਰੋਫੈਸ਼ਨਲ ਨਰਸ ਹੈ, ਘਰੇ ਕਲੀਨਿਕ ਚਲਾਉਂਦੀ ਹੈ, 2 ਨੰਬਰ ਦਾ ਧੰਦਾ ਹੈ ਜਿਹੜਾ ਇਲੀਗਲ ਹੈ। ਉਹਦੇ ਤੇ ਪੁਲਿਸ ਨੇ ਹਾਲੇ ਤੱਕ ਕੋਈ ਐਕਸ਼ਨ ਨਹੀਂ ਲਿਆ। ਉਹਦੇ ਘਰੋਂ ਅੱਜ ਤੱਕ ਕੋਈ ਦਵਾਈਆਂ ਨਹੀਂ ਜ਼ਬਤ ਕੀਤੀਆਂ। ਪੁਲਿਸ ਨੇ ਇੱਕ ਇਹਨਾਂ ਦਾ ਬੱਚਾ ਮਰਿਆ, ਇਹਨਾਂ ਕੋਲੋਂ 8000 ਰੁਪਏ ਰਿਸ਼ਵਤ ਲਈ। ਉਹ ਥਰੂ ਐਸਐਸਪੀ ਨੂੰ ਕੰਪਲੇਂਟ ਕਰਕੇ 8000 ਐਸਐਚਓ ਨੇ ਮੋੜੇ ਆ। ਤੇ ਲਾਨਤਾਂ ਨਹੀਂ ਪਾਉਣੀਆਂ ਚਾਹੀਦੀਆਂ ਇਹੋ ਜਿਹੇ ਪੁਲਿਸ ਵਾਲਿਆਂ ਨੂੰ। 8000 ਲੈ ਕੇ ਵੀ, ਚਲੋ ਮੈਂ ਕਹਿੰਦਾ ਜੀ 8000 ਲੈ ਕੇ ਵੀ ਕੰਮ ਕਰ ਦਿੰਦਾ, ਉਹੀ ਹੱਕ ਦਵਾ ਦਿੰਦਾ, ਲਓ ਜੀ ਅਸੀਂ ਰੇਡ ਮਾਰੀ ਹੈ। ਰੇਡ ਤੱਕ ਨਹੀਂ ਮਾਰੀ। ਮੈਂ ਕਹਿੰਦਾ ਇਹਨਾਂ ਨੇ ਜਿਹੜੀ ਕਹਿੰਦੇ ਨਾ ਰੇਡ ਮਾਰੀ ਹੈ, ਜਿਹੜੀ ਇਹਨਾਂ ਨੇ ਝੂਠੀਆਂ ਰੋਜ਼ ਨਾਮ 'ਚ ਦੀਆਂ ਐਂਟਰੀਆਂ ਬਣਾਈਆਂ, ਉਹਦੇ ਬਰਾਬਰ ਮੈਂ ਇਹਨਾਂ ਦੇ ਮੋਬਾਈਲ ਦੇ ਟਾਵਰ ਲੋਕੇਸ਼ਨਾਂ ਕਢਾਉਣੀਆਂ ਹੁਣ। ਮੇਰੀ ਅਗਲੀ ਚਿੱਠੀ ਉਹਦੀ ਚੱਲੀ ਹੈ ਕਿ ਜਿਹੜੀ ਰੇਡ ਹੋਈ ਹੈ, ਮੈਂ ਆਲਰੇਡੀ ਇੱਕ ਪਾ ਚੁੱਕਾ ਆਰਟੀਆਈ ਵੀ ਕਿੱਦਣ ਕਿੱਥੇ ਰੇਡ ਕੀਤੀ ਜੇ, ਤੇ ਹੁਣ ਮੈਂ ਉਹਨਾਂ ਦੀ ਟਾਵਰ ਲੋਕੇਸ਼ਨਾਂ ਮੰਗਾਉਣੀਆਂ। ਔਰ ਜੇ ਨਾ ਮੰਨੇ ਤਾਂ ਮੈਂ ਕੋਰਟ 'ਚ ਐਪਲੀਕੇਸ਼ਨ ਲਾਉਣੀ ਹੈ, ਝੂਠੀਆਂ ਰੇਡਾਂ ਹੋਈਆਂ, ਪੁਲਿਸ ਵਾਲੇ 'ਤੇ ਪਰਚਾ ਕਰਾਊਂਗਾ ਮੈਂ। ਸੋ ਇੰਨਾ ਕੁ ਮੈਨੂੰ ਆਉਂਦਾ ਜਾਂਚ। ਸੋ ਅੱਗੇ ਪਹਿਲਾਂ ਪਰਿਵਾਰ ਨਾਲ ਗੱਲਾਂ ਕਰ ਲਈਏ, ਫਿਰ ਮੈਂ ਅਦਾਲਤਾਂ 'ਚ ਕੀ ਚੱਲ ਰਿਹਾ, ਕਿੱਦਾਂ ਕਿੱਥੇ ਚੱਲੇ, ਮੈਂ ਦੱਸ ਦਿੰਦਾ। ਸਰ ਜਿਵੇਂ ਕਿ ਤੁਸੀਂ ਮੇਨ ਗਵਾਹ ਦੀ ਵੀ ਗੱਲ ਕੀਤੀ ਹੈ, ਉਹ ਵੀ ਵੈਸੇ ਦਰਸ਼ਕਾਂ ਨੇ ਇੰਟਰਵਿਊ ਦੇਖੀ ਹੈ ਕਿ ਉਹਨਾਂ ਨੇ ਕਾਫੀ ਝੰਜੋੜ ਦੇਣ ਵਾਲੇ ਖੁਲਾਸੇ ਕੀਤੇ ਸੀ ਕਿ ਕਿਸ ਤਰ੍ਹਾਂ ਜੋ ਲਵਪ੍ਰੀਤ ਨੂੰ ਹਸਪੀਟਲ ਜਾਂਦੇ ਹੋਏ ਨੀਚੇ ਬਹੁਤ ਜ਼ੋਰ ਦੀ ਗੇਰਿਆ ਗਿਆ। ਉਹ ਵੀ ਕਾਫੀ ਮਤਲਬ ਆਪਣੇ ਆਪ ਦੇ ਵਿੱਚ ਹਿਲਾ ਕੇ ਰੱਖ ਦੇਣ ਵਾਲੇ ਖੁਲਾਸੇ ਸੀ। ਤੇ ਉਸੇ ਗਵਾਹ ਨੂੰ ਵੀ ਜਿਵੇਂ ਤੁਸੀਂ ਦੱਸਿਆ ਕਿ ਉਲਝਾਇਆ ਜਾ ਰਿਹਾ ਹੈ, ਵੀ ਆਪਣੇ ਆਪ ਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦਾ ਹੈ। ਤੇ ਪਰਿਵਾਰ ਦੇ ਕੋਲ ਇੱਕ ਤੁਹਾਨੂੰ ਸਵਾਲ ਕਰਨਾ ਚਾਹਾਂਗੇ ਜੀ, ਜਿਵੇਂ ਹੁਣ ਪਤਾ ਲੱਗਿਆ ਕਿ ਲਵਪ੍ਰੀਤ ਲਵੀ ਦਾ ਜੋ ਸਹੁਰਾ ਸਾਹਿਬ ਨੇ ਜਗਦੀਪ ਸਿੰਘ ਜਿਨ੍ਹਾਂ ਦਾ ਨਾਮ ਹੈ, ਸਾਹਿਬ ਨਾਲ ਲਓ, ਕਾਤਲ ਸਹੁਰਾ, ਠੀਕ ਹੈ, ਸਹੀ ਸ਼ਬਦ ਵਰਤੋ, ਕਾਤਲ ਸਹੁਰਾ, ਠੀਕ ਹੈ। ਨਹੀਂ ਆਪਾਂ ਉਹ ਰਿਸ਼ਤੇ ਨੂੰ ਲਾਇਆ ਸੀ ਉਹਨਾਂ ਲਈ ਨਹੀਂ। ਹਾਂ, ਰਿਸ਼ਤੇ ਨੂੰ ਨਹੀਂ ਲਾਉਣਾ। ਜਿਹੜਾ ਬੰਦੇ ਨੇ ਕਤਲ ਕੀਤਾ ਸ਼ਰੇਆਮ, ਅਸੀਂ ਕਹਿੰਦੇ ਵੀ ਉਹ ਕਾਤਲ ਹੈ, ਤੇ ਅਸੀਂ ਤੇ ਕਾਤਲ ਸਹੁਰਾ ਹੀ ਕਹਾਂਗੇ, ਅਸੀਂ ਨਹੀਂ ਛੱਡਦੇ। ਸਾਡਾ ਸਵਾਲ ਵੀ ਵੈਸੇ ਉਹੀ ਸੀਗਾ ਕਿ ਜਿਹੜੇ ਲਵਪ੍ਰੀਤ ਲਵੀ ਦੇ ਸਹੁਰਾ ਨੇ ਮਤਲਬ ਇੱਕ ਕ੍ਰਿਮੀਨਲ ਹਿਸਟਰੀ ਤੇ ਇੱਕ ਸੋਚ ਵਾਲੇ ਇਨਸਾਨ ਨੇ। ਉਹ ਤੁਹਾਨੂੰ ਮਤਲਬ ਪਹਿਲਾ ਰਿਸ਼ਤਾ ਜਦੋਂ ਤੁਹਾਡਾ ਹੋਇਆ ਵੀ ਪਹਿਲਾਂ ਪਤਾ ਸੀਗਾ ਵੀ ਇਸ ਤਰ੍ਹਾਂ ਦੇ ਉਹ ਕ੍ਰਿਮੀਨਲ ਬੰਦੇ ਨੇ, ਜਾਂ ਕੋਈ ਬਾਅਦ ਦੇ ਵਿੱਚ ਪਤਾ ਲੱਗਿਆ? ਇਹ ਗੱਲ ਇਸ ਤਰ੍ਹਾਂ ਸੀਗੀ ਵੀਰ ਜੀ, ਇਹ ਸਾਡੇ ਧਨੋ ਪਿੰਡ ਦੇ ਨਾਲ ਇੱਕ ਮਤੋਈ ਪਿੰਡ ਆ, ਉੱਥੇ ਦਾ ਲਾਲ ਤੇ ਮਿੱਠੋ ਘੁਮਿਆਰ ਨੇ। ਉਹਨਾਂ ਦਾ ਇਹਨਾਂ ਨਾਲ ਕੋਈ ਹੈਗਾ ਸੀ, ਇਕੱਠੇ ਜੇਲ੍ਹ ਜੂਲ ਕੱਟ ਗਏ ਸੀਗੇ। ਕੋਈ ਇਹ ਆਪਦਾ ਫੀਮ ਭੁੱਕੀ ਦਾ, ਚਿੱਟੇ ਚੁੱਟੇ ਦਾ ਇਹੋ ਜਿਹਾ ਕੰਮ ਕਰਦੇ ਸੀ, ਇਕੱਠੇ ਜੇਲ੍ਹ ਕੱਟ ਗਏ ਸੀ। ਤੇ ਉਹ ਬੰਦਾ ਸਾਡੇ ਨੇੜੇ ਪਿੰਡ ਦੇ ਹੋਣ ਕਰਕੇ ਮੈਨੂੰ ਜਾਣਦਾ ਸੀ, ਤੇ ਇਸ ਤਰ੍ਹਾਂ ਕਰਕੇ ਰਿਸ਼ਤਾ ਹੋ ਗਿਆ। ਮੈਨੂੰ ਬਿਲਕੁਲ ਪਹਿਲਾਂ ਪਤਾ ਨਹੀਂ ਸੀਗਾ ਵੀ ਬਿਲਕੁਲ ਕਹਿ ਸਕਦੇ ਇੱਕ ਤਰੀਕੇ ਨਾਲ ਧੋਖੇ ਦੇ ਵਿੱਚ ਰੱਖ ਕੇ ਜੀ ਇਹ ਕੀਤਾ ਗਿਆ ਕੰਮ, ਜਿੰਨਾ ਕੀਤਾ ਗਿਆ ਧੋਖੇ ਦੇ ਵਿੱਚ ਕੀਤਾ ਗਿਆ। ਹਾਂਜੀ। ਤੁਹਾਨੂੰ ਕਦੋਂ ਪਤਾ ਲੱਗਿਆ ਫਿਰ ਵੀ ਉਹਨਾਂ ਇਦਾਂ ਕ੍ਰਿਮੀਨਲ ਨੇ, ਵੀ ਉਹਨਾਂ ਦੇ ਐ ਕੇਸ ਚੱਲਦੇ ਨੇ, ਵੀ ਜੋ ਵੀ ਕੇਸ ਵੀ ਆਪਾਂ ਇੱਕ ਕਹਿ ਸਕਦੇ ਹਾਂ ਦੇਸ਼ ਧਰੋਹ ਦੇ ਕਹਿ ਸਕਦੇ, ਕਿਉਂਕਿ ਇਹ ਵੀ ਸਾਹਮਣੇ ਆਇਆ ਸੀ ਕਿ ਇੱਕ ਜੋ ਪੁਲਵਾਮਾ ਅਟੈਕ ਹੋਇਆ ਸੀ ਉਸ ਦੇ ਨਾਲ ਸੰਬੰਧਿਤ ਵੀ ਕੋਈ ਉਹਨਾਂ ਨੇ ਇਦਾਂ ਦਾ ਕ੍ਰਿਮੀਨਲ ਕੰਮ ਕੀਤਾ ਸੀਗਾ, ਵੀ ਇਹ ਤੁਹਾਨੂੰ ਕਦੋਂ ਪਤਾ ਲੱਗਿਆ ਸੀ? ਇਹ ਇਸ ਤਰ੍ਹਾਂ ਸੀਗਾ ਜੀ, ਸਾਨੂੰ ਪਹਿਲਾਂ ਬਿਲਕੁਲ ਪਤਾ ਨਹੀਂ ਸੀਗਾ। ਤੇ ਉਸ ਤੋਂ ਬਾਅਦ ਜਦੋਂ ਲਵਪ੍ਰੀਤ ਮਰਨ ਤੋਂ 1 ਮਹੀਨਾ ਸਵਾ ਮਹੀਨਾ ਪਹਿਲਾਂ ਉੱਥੇ ਗਿਆ, ਇਹਦੇ ਦੀਪਕ ਦੋਸਤ ਨੇ ਦੱਸਿਆ, ਕਹਿੰਦਾ ਤੁਸੀਂ ਕਿੱਥੇ ਫਸ ਗਏ, ਤਾਂ ਬੰਦਾ ਬਹੁਤ ਖਤਰਨਾਕ ਬੰਦਾ ਇਹ, ਇਹਦੀ ਮੁਹੱਲੇ 'ਚ ਕਿਸੇ ਨਾਲ ਨਹੀਂ ਬਣਦੀ ਜੀ, ਪੂਰੇ ਮੁਹੱਲੇ 'ਚ ਕਿਸੇ ਨਾਲ ਨਹੀਂ ਬਣਦੀ। ਜਿਹੜਾ ਦੀਪਕ ਗਵਾਹ ਜੀ, ਉਹਨੂੰ ਵੀ ਇਹਨਾਂ ਨੇ ਝੂਠੇ ਕੇਸ 'ਚ ਫਸਾਇਆ। ਉਹ 10-15 ਦਿਨ ਜੇਲ੍ਹ ਵਗੈਰਾ ਕੱਟ ਕੇ ਆਇਆ, ਉਹਦੀ ਜ਼ਮਾਨਤ ਕਰਾਈ ਆ। ਅਸੀਂ ਉਹਦੇ ਘਰ ਜਾ ਕੇ ਆਏ, ਝੂਠਾ, ਉਹ ਇੱਕ ਗਰੀਬ ਪਰਿਵਾਰ ਆ, ਉਹਦੇ 'ਤੇ ਝੂਠਾ ਦੋਸ਼ ਲਾ ਕੇ ਉਹਨੂੰ 15 ਦਿਨ ਉਹਦੇ 'ਤੇ
ਮਤਲਬ ਖਾਮ ਖਾਈ ਖੱਜਲ ਖੁਆਰ ਕੀਤਾ ਉਹਨੂੰ। ਵੀ ਕੋਸ਼ਿਸ਼ ਕੀਤੀ ਆ ਵੀ ਗਵਾਹੀ ਨਾ ਦੇਵੇ। ਈਵਨ ਮੈਂ ਇਹ ਵੀ ਦੱਸ ਦਿੰਦਾ ਵੀ ਜਦੋਂ ਉਥੇ ਥਾਣੇ ਸੀ ਉਹਨੂੰ ਰੱਸੀਆਂ ਨਾਲ ਬੰਨਿਆ ਹੋਇਆ ਸੀ, ਜਦ ਕਿ ਡੀਕੇ ਬਾਸੂ ਦੀਆਂ ਗਾਈਡਲਾਈਨਸ ਮੁਤਾਬਕ ਕਿਸੇ ਵੀ ਕੈਦੀ ਨਾਲ, ਜੋ ਕੈਦੀ ਵੀ ਹੋਵੇ, ਇਨਹਿਊਮਨ ਐਕਟ ਨਹੀਂ ਹੋ ਸਕਦਾ, ਮਾਨਵ ਅਧਿਕਾਰ ਦੀ ਵੀ ਉਲੰਘਣਾ ਕੀਤੀ ਗਈ ਹੈ। ਔਰ ਕਿੰਨੀ ਦੇਰ ਤੱਕ ਤੇ ਇੰਟੀਮੇਟ ਹੀ ਨਹੀਂ ਕੀਤਾ ਗਿਆ, ਕੀ ਉਹਦੇ ਤੇ ਪਰਚਾ ਹੋਇਆ ਉਹ ਤੱਕ ਨਹੀਂ ਦੱਸਿਆ ਗਿਆ। ਇਹ ਹਾਲਾਤ ਦੱਸਦੇ ਨੇ ਕਿ ਪੁਲਿਸ ਕਿੰਨੇ ਕੁ ਪੈਸੇ ਖਾ ਗਏ, ਕਿੰਨਾ ਕੁ ਜ਼ੋਰ ਲਾਉਂਦੀ ਪਈ ਹੈ ਕਾਤਲਾਂ ਨੂੰ ਬਚਾਉਣ ਲਈ। ਹਾਲਾਂਕਿ ਇਹ ਰੱਸੀਆਂ ਨਾਲ ਬੰਨਣ ਕਰਕੇ ਇੱਕ ਰਾਜ ਦੀ ਪੁਲਿਸ ਨੂੰ ਕਾਫੀ ਜ਼ਿਆਦਾ ਕਿਰਕਰੀ ਦਾ ਸਾਹਮਣਾ ਵੀ ਕਰਨਾ ਪਿਆ ਸੀ, ਜਦੋਂ ਇੱਕ ਕੁੜੀ ਨੂੰ ਪਿੱਛੇ ਜਿਹੇ ਆਇਆ ਸੀ ਵੀ ਰੱਸੀ ਬੰਨ੍ਹ ਕੇ ਲੈ ਕੇ ਗਏ ਸੀ। ਪਰ ਫਿਰ ਵੀ ਇਸ ਤਰ੍ਹਾਂ ਦੇ ਜੋ ਕੰਮ ਫਿਰ ਵੀ ਕੀਤੇ ਜਾ ਰਹੇ ਨੇ, ਕਿਤੇ ਨਾ ਕਿਤੇ ਆਪਣੀ ਸਾਖ ਖਰਾਬ ਕਰਨ ਵਾਲਾ ਹੀ ਕੰਮ ਹੈ ਪੁਲਿਸ ਮਹਿਕਮੇ ਵੱਲੋਂ। ਤੇ ਉੱਥੇ ਜੀ ਹੁਣ ਸਾਡੇ ਨਾਲ ਲਵਪ੍ਰੀਤ ਲਵੀ ਦੇ ਰਿਸ਼ਤੇਦਾਰ ਕਹਿ ਸਕਦੇ ਆ, ਉਹਨਾਂ ਦੇ ਫੁੱਫੜ ਜੀ ਤੇ ਮਾਮਾ ਜੀ ਨੇ, ਉਹਨਾਂ ਨੂੰ ਜਾਣਨਾ ਚਾਹੁੰਦੇ ਲਵਪ੍ਰੀਤ ਦਾ ਕਿੱਦਾਂ ਦਾ ਸੁਭਾਅ ਸੀਗਾ, ਪਹਿਲਾਂ ਰਿਸ਼ਤੇਦਾਰਾਂ ਨਾਲ ਕਿੱਦਾਂ ਦਾ ਵਰਤਾਅ ਸੀ ਫੈਮਿਲੀ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਇਹ ਲਵਪ੍ਰੀਤ ਦਾ ਤਾਂ ਬਹੁਤ ਵਧੀਆ ਸੁਭਾਅ ਸੀਗਾ ਜੀ, ਮੇਰੇ ਕੋਲ ਤਾਂ ਜ਼ਿਆਦਾ ਰਿਹਾ ਜੀ, ਜੇ ਜ਼ਿਆਦਾਤਰ ਛੁੱਟੀਆਂ 'ਚ ਵੀ ਮੇਰੇ ਕੋਲ ਰਹਿਣਾ ਸੀ। ਇਹ ਉਦੋਂ ਪਹਿਲਾਂ ਤਾਂ ਤੂੜੀ ਵਾਲੀ ਮਸ਼ੀਨ ਦਾ ਸੀਜ਼ਨ ਮੇਰੇ ਨਾਲ ਲਵਾ ਕੇ ਗਿਆ, ਕੁਛ ਨਹੀਂ ਸੀ ਖਾਂਦਾ ਪੀਂਦਾ, ਜਿੰਮ ਹੀ ਜਾਣੀ ਦੀ ਬਹੁਤ ਹਸਮੁਖ ਸੁਭਾਅ ਦਾ ਸੀਗਾ ਜੀ। ਕਿਉਂਕਿ ਜਿੱਦਾਂ ਦਾ ਫੋਟੋਆਂ ਵੀ ਸਾਹਮਣੇ ਆਈਆਂ ਨੇ ਉਹ ਦਿਖ ਰਿਹਾ ਵੀ ਜਿਵੇਂ ਜਿੰਮ ਵਗੈਰਾ ਦਾ ਸ਼ੌਂਕ ਹੁੰਦਾ ਨਾ। ਕਿਉਂਕਿ ਕਿਤੇ ਨਾ ਕਿਤੇ ਇਹ ਵੀ ਇੱਕ ਸਵਾਲ ਕਲੀਅਰ ਕਰ ਦੇਣਾ ਚਾਹੀਦਾ ਵੀ ਜਿੰਮ ਦਾ ਜਿਵੇਂ ਸ਼ੌਂਕ ਲੱਗ ਰਿਹਾ, ਬਾਡੀ ਵਗੈਰਾ ਬਣਾਈ ਹੋਈ ਆ, ਵੀ ਕਿਸੇ ਕੋਈ ਗਲਤ ਐਪ ਵਗੈਰਾ ਤਾਂ ਨਹੀਂ ਨਹੀਂ ਜੀ, ਜਿੰਮ ਜਾਂਦਾ ਸੀਗਾ, ਵਧੀਆ ਖੁਰਾਕ ਖਾਂਦੇ, ਪਾਊਡਰ ਖਾਂਦਾ ਸੀ ਕੌਡੀ ਵਾਲਿਆਂ ਵਾਂਗੂ, ਜਾਣੀ ਦੀ ਜਿੰਮ ਰੋਜ਼ਾਨਾ ਉਹਨੇ ਸੁਬਾਹ ਜਾਣਾ, ਜਿਵੇਂ ਸਾਡੇ ਕੋਲ ਆ ਜਾਣਾ, ਆ ਕੇ ਸਾਡੇ ਕੋਲ ਤਾਂ ਇਹ ਤਾਂ ਚੱਲ ਇਹਨਾਂ ਦੀ ਜ਼ਮੀਨ ਤਾਂ ਠੇਕੇ ਦਿੱਤੀ ਆ, ਅਸੀਂ ਤਾਂ ਖੇਤੀ ਕਾਫੀ ਕਰਦੇ ਹਾਂ। ਆ ਕੇ ਕੋਈ ਮੋਟਰ ਤੇ ਕੰਮ ਆ ਤਾਂ ਕਹੀ ਵਾਲਾ ਉਹਨੇ ਕਹਿਣਾ ਭਾਪੇ ਜੀ ਨੂੰ, ਨਾਨਾ ਜੀ ਮੈਂ ਚੱਲਦਾ, ਮੈਂ ਜਾ ਕੇ ਕਰਦਾ, ਜਾਣੀ ਦੀ ਕੋਈ ਇਹੋ ਜਿਹੀ ਤਾਂ ਕੋਈ ਗੱਲਬਾਤ ਨਹੀਂ ਸੀ। ਮੇਰੇ ਕੋਲ ਤਾਂ ਬਹੁਤ ਰਿਹਾ ਜੀ। ਸੋ ਦੋਸਤੋ, ਲਵਪ੍ਰੀਤ ਲਵੀ ਦੇ ਫੁੱਫੜ ਜੀ ਵੀ ਇਸ ਵੇਲੇ ਸਾਡੇ ਨਾਲ ਨੇ। ਲਵਪ੍ਰੀਤ ਲਵੀ ਬਾਰੇ ਕੁਝ ਗੱਲਾਂ ਕਰਨੀਆਂ ਚਾਹੁੰਦੇ ਨੇ, ਉਹਨਾਂ ਤੋਂ ਵੀ ਜਾਣ ਲੈਂਦੇ ਆ ਲਵਪ੍ਰੀਤ ਲਵੀ ਬਾਰੇ। ਸੋ ਦੇਖੋ ਜੀ, ਲਵਪ੍ਰੀਤ ਨੇ ਤਾਂ ਨਹੀਂ ਵਾਪਸ ਮੁੜਨਾ, ਪਰ ਇਹਨਾਂ ਨੂੰ ਅਕਲ ਲਿਆ ਕੇ ਛੱਡਾਂਗੇ ਜੀ, ਤਾਂ ਕਿ ਕੱਲ ਨੂੰ ਕਿਤੇ 100 ਗੇਰੀ ਸੋਚੇ ਕੋਈ ਬੰਦਾ ਗੁਨਾਹ ਕਰਨ ਤੋਂ ਪਹਿਲਾਂ। ਠੀਕ ਹੈ ਨਾ, ਇਨਸਾਫ ਲੈ ਕੇ ਛੱਡਾਂਗੇ। 100 ਨੂੰ ਕਰਨਾ, ਹਾਂਜੀ 100 ਨੂੰ ਕਰਨਾ, ਇਨਸਾਫ ਲੈ ਕੇ ਹਟਾਂਗੇ ਜੀ, ਲੜਾਂਗੇ। ਲਵਪ੍ਰੀਤ ਲਵੀ ਕਿੱਦਾਂ ਦਾ ਸੀ ਤੁਹਾਡੇ ਨਾਲ, ਕਿੱਦਾਂ ਦੇ ਬਹੁਤ ਰਿਸ਼ਤੇ ਵਧੀਆ, ਸੀ? ਬਹੁਤ ਵਧੀਆ ਸੁਭਾਅ ਦਾ ਸੀਗਾ ਜੀ, ਨੇਕ ਦਿਲ ਬੱਚਾ ਸੀਗਾ, ਬਹੁਤ ਸ਼ਾਹੂਪੁਰ ਸੀਗਾ ਜੀ। ਵੀਰ ਜੀ ਕੁਝ ਲੋਕ ਨਾ ਇਹ ਵੀ ਕਹਿੰਦੇ ਕਿ ਉਹ ਡਰੱਗਸ ਲੈਂਦਾ ਸੀ, ਉਹ ਨਸ਼ੇ ਕਰਦਾ ਨਾ ਸੀ। ਜੀ ਨਾ, ਸਿਰਫ ਜਿੰਮ ਦਾ ਜ਼ਰੂਰ ਸ਼ੌਂਕ ਸੀਗਾ ਜੀ। ਉਹਦੇ ਸਰੀਰ ਦੇਖ ਕੇ ਪਤਾ ਲੱਗਦਾ ਵੀ ਹਾਂਜੀ, ਜਿੰਮ ਦਾ ਕੱਪੜੇ ਲੀੜੇ ਦਾ ਸ਼ੌਂਕ ਸੀਗਾ, ਜਿੰਮ ਦਾ ਸ਼ੌਂਕ ਸੀਗਾ। ਪਬਲਿਕ ਦਾ ਕਲੀਅਰ ਕਰਨਾ ਜ਼ਰੂਰੀ ਹੈ ਕਿ ਪਬਲਿਕ ਨੂੰ ਇਹ ਦੱਸ ਦਈਏ ਕਿ ਉਹ ਨਸ਼ੇ ਪੱਤੇ ਵਾਲਾ ਮੁੰਡਾ ਨਹੀਂ ਸੀ, ਕਿਸੇ ਕਿਸਮ ਦਾ ਉਹ ਨਸ਼ਾ ਨਹੀਂ ਸੀ ਕਰਦਾ। ਸਾਬਤ ਵੀ ਕਰਨ ਜੀ, ਇਲਜ਼ਾਮ ਲਾਉਣਾ ਤਾਂ ਹਰੇਕ ਲਾ ਸਕਦਾ। ਬਾਕੀ ਜੋ ਠੀਕ ਹੈ ਸਾਹਮਣੇ ਆ ਵੀ ਇੱਕੋ ਨਿਸ਼ਾਨ ਸਰਿੰਜ ਦਾ ਇੱਕੋ ਹੀ ਨਿਸ਼ਾਨ ਮਿਲਿਆ ਜੀ, ਗੱਲ ਉਹ ਇੱਕੋ ਹੀ ਨਿਸ਼ਾਨ ਮਿਲਿਆ। ਸਾਰਾ ਕੁਛ। ਹਾਂਜੀ ਹਾਂ, ਇਲਜ਼ਾਮ ਲਾਉਣ ਨੂੰ ਤਾਂ ਕੁਝ ਵੀ ਲਾਈ ਜਾਣ ਜੀ। ਸਹੀ ਗੱਲ। 6 ਮਹੀਨੇ ਦੇ ਵਿੱਚ ਕਿਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਹੈਗਾ। 6 ਮਹੀਨੇ ਕੁੜੀ ਨਾਲ ਰਹੀ ਆ, 1 ਮਿੰਟ ਉਹਨੇ ਸੁਣਨਾ ਨਹੀਂ ਛੱਡਿਆ ਕੁੜੀ ਨੇ। ਬਾਹਰਲੇ ਘਰੇ ਵੀ ਜਾਣਾ ਤਾਂ ਨਾਲ ਲੈ ਕੇ ਜਾਂਦੀ ਸੀਗੀ। 6 ਮਹੀਨੇ 'ਚ ਕਿਤੇ ਪਤਾ ਨਹੀਂ ਲੱਗਿਆ ਹੈਗਾ ਉਹਨਾਂ ਨੂੰ ਵੀ ਉਹ ਨਸ਼ਾ ਕਰ ਰਿਹਾ। ਜਿਹੜਾ ਕਿ ਸਵਾ ਮਹੀਨੇ ਸਵਾ ਮਹੀਨੇ ਤੋਂ ਉਹਨਾਂ ਦੇ ਘਰੇ ਰਹਿ ਰਿਹਾ ਸੀਗਾ, ਉੱਥੇ ਜੌਬ ਤੇ ਲੱਗਿਆ ਹੋਇਆ ਸੀਗਾ, ਸਵਾ ਮਹੀਨੇ ਤੋਂ ਉੱਥੇ ਰਹਿ ਰਿਹਾ ਸੀ। ਕਿਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਹੈਗਾ। ਨਸ਼ੇ ਵਾਲੇ ਬੰਦੇ ਦਾ ਤਾਂ ਇੱਕ ਦਿਨ 'ਚ ਪਤਾ ਲੱਗ ਜਾਂਦਾ ਜੀ। ਠੀਕ ਹੈ ਨਹੀਂ, ਇਲਜ਼ਾਮ ਜੋ ਕੁਛ ਮਰਜ਼ੀ ਲਾਈ ਜਾਣ, ਪਰ ਅਸੀਂ ਇਨਸਾਫ ਲੈ ਕੇ ਇੱਕ ਇਹ ਵੀ ਸੱਚਾਈ ਹੈ ਜੀ, ਜੇ ਕਹਿੰਦਾ ਚੋਰ ਆਪਣਾ ਖਹਿੜਾ ਛਡਾਉਂਦਾ ਮਾਰਾ ਦੂਜੇ ਤੇ ਇਲਜ਼ਾਮ ਲਾਉਂਦਾ ਹੀ ਹੈ ਜੀ। ਉਹਦੇ ਨਾਲ ਸਰੋਤੇ ਚੰਗੀ ਤਰ੍ਹਾਂ ਜਾਣਦੇ ਨੇ। ਲਵਪ੍ਰੀਤ ਲਵੀ ਦੀਆਂ ਫੋਟੋਆਂ ਦੇਖੀਆਂ ਨੇ, ਸਾਰਾ ਕੁਝ ਦੇਖ ਕੇ ਕਲੀਅਰ ਹੁੰਦਾਗਾ, ਸਾਰਾ ਜੋ ਮਾਮਲਾ ਗਾ ਉਹ ਸਾਰਾ ਬਿਆਨ ਕਰਦਾ। ਜਿਵੇਂ ਅਕਸਰ ਅਸੀਂ ਕਹਿੰਦੇ ਹੁੰਦੇ ਆ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ, ਜੋ ਸੱਚ ਹੈ ਉਹਨੂੰ ਕੋਈ ਰੋਸ਼ਨੀ ਦੀ ਜ਼ਰੂਰਤ ਨਹੀਂ ਹੁੰਦੀ, ਸੱਚ ਆਪਣੇ ਮੂੰਹੋਂ ਆਪੇ ਬੋਲਦਾ। ਹਾਂਜੀ ਹਾਂਜੀ। ਸੋ ਦੋਸਤੋ, ਇਹ ਸੀ ਲਵਪ੍ਰੀਤ ਲਵੀ ਦੇ ਫੁੱਫੜ ਜੀ, ਜਿਨ੍ਹਾਂ ਨੇ ਕਿ ਉਹਨਾਂ ਬਾਰੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੇ ਜਿਵੇਂ ਰਿਸ਼ਤਾ ਪਹਿਲਾਂ ਇੱਕ ਬੈਂਡ ਦੇ ਤੌਰ ਤੇ ਕਰਵਾਇਆ ਗਿਆ ਸੀ, ਵੀ ਕੁੜੀ ਦੇ ਬੈਂਡ ਆਏ ਹੋਏ ਸੀਗੇ ਹਨਾ, ਤੁਸੀਂ ਦੱਸਿਆ ਤੁਹਾਡੇ ਨਜ਼ਦੀਕੀ ਪਿੰਡ ਦੇ ਕਿਸੇ ਨੇ ਰਿਸ਼ਤਾ ਕਰਵਾਇਆ ਸੀ। ਤੇ ਉਹ ਤੋਂ ਬਾਅਦ ਜਦੋਂ ਲਵਪ੍ਰੀਤ ਆਪਣੇ ਸਹੁਰਾ ਪਰਿਵਾਰ ਕੋਲ ਜਾ ਕੇ ਰਿਹਾਗਾ, ਤੇ ਤੁਹਾਨੂੰ ਕੋਈ ਗੱਲਾਂ 'ਚ ਕਦੇ ਲੱਗਿਆ ਹੋਵੇ ਲਵਪ੍ਰੀਤ ਨੇ ਜਿਵੇਂ ਸ਼ੋਅ ਕੀਤਾ ਹੋਵੇ ਵੀ ਉਹ ਇਦਾਂ ਦਾ ਸੁਭਾਅ ਗਾ, ਠੀਕ ਨਹੀਂ ਹੈਗੇ ਜਾਂ ਲਾਲਚੀ ਨੇ? ਕਿਉਂਕਿ ਇੱਕ ਸੋਨੇ ਦੀ ਗੱਲ ਸਾਹਮਣੇ ਆਈ ਸੀ ਵੀ ਜਿਹੜਾ 3-4 ਲੱਖ ਦਾ ਸੋਨਾ ਸੀ ਤੁਹਾਡਾ, ਜਾਂ 2-3 ਲੱਖ ਜਿੰਨੀ ਵੀ ਕੀਮਤ ਸੀ, ਉਹਦਾ 50-60 ਹਜ਼ਾਰ ਰੁਪਈਆ ਉਹ ਕੀਮਤ ਪਾ ਰਹੇ ਸੀ। ਜ਼ਿਆਦਾ ਉਹਦੇ ਪਿੱਛੇ ਇਹ ਸੀਗਾ ਕਿ ਉਹਨਾਂ ਨੇ ਖੁਰਦ-ਬੁਰਦ ਕਰਤਾ ਸੀਗਾ ਸੋਨਾ ਪਹਿਲਾਂ ਹੀ, ਵੀ ਉਹ ਚਾਹੁੰਦੇ ਸੀ 50-60 ਹਜ਼ਾਰ ਰੁਪਈਆ ਦੇ ਕੇ ਆਪਣਾ ਝਾੜ ਦੀਏ ਉਹ ਤੋਂ ਪੱਲਾ, ਤੇ ਜਾਂ ਫਿਰ ਉਹਨੂੰ ਕਰਨਾ ਚਾਹੁੰਦੇ ਸੀ। ਕਿ ਕੋਈ ਇਦਾਂ ਦਾ ਕੋਈ ਹਿੰਟ ਕਦੇ ਤੁਹਾਨੂੰ ਦਿੱਤਾ ਹੋਵੇ ਲਵਪ੍ਰੀਤ ਨੇ?
ਇਹ ਗੱਲ ਇਸ ਤਰ੍ਹਾਂ ਸੀਗੀ ਜੀ, ਜਦੋਂ 1 ਮਾਰਚ ਨੂੰ ਲਵਪ੍ਰੀਤ ਦਾ ਵਿਆਹ ਹੋਇਆ, ਅਸੀਂ ਉਦੋਂ 15-20 ਦਿਨ ਬਾਅਦ ਉਹਦੀ ਫਾਈਲ ਲਾਈ ਹੈ ਜੀ ਰਾਜਪੁਰੇ ਰਾਈਟ ਵਿਆਹ ਦੇ। ਉਸ ਤੋਂ ਬਾਅਦ 22 ਦਿਨਾਂ ਬਾਅਦ ਇਹਦਾ ਵੀਜ਼ਾ ਆ ਗਿਆ ਜੀ। ਸਾਰੇ ਪੈਸੇ ਪੂਸੇ ਪੇ ਕਰਤੇ ਜੀ। ਬਾਕੀ ਤੁਹਾਨੂੰ ਪਹਿਲੀ ਵੀ ਇੰਟਰਵਿਊ 'ਚ ਦੱਸਿਆ ਵੀ ਆਪਾਂ ਵਿਆਹ 'ਤੇ ਤਾਂ ਸਾਰਾ ਖਰਚਾ ਖੁਦ ਆਪ ਹੀ ਕੀਤਾ ਸੀਗਾ ਜੀ। ਅਤੇ ਉਸ ਤੋਂ ਬਾਅਦ ਪਤਾ ਨਹੀਂ ਇਹਨੂੰ ਕੀ ਹੋ ਗਿਆ, ਜਦੋਂ ਸਾਰੇ ਇਹਦਾ ਵੀਜ਼ਾ ਆ ਗਿਆ ਉਦੋਂ ਬਾਅਦ ਇਹ ਬਦਲਣੀ ਸ਼ੁਰੂ ਹੋ ਗਈ। ਪਵਨਦੀਪ ਕੌਰ ਨੂੰਹ ਤੁਹਾਡੀ ਤੇ ਆਪਦੀ ਭੂਆ ਕੋਲੇ, ਮਾਸੀਆਂ ਕੋਲੇ, ਜਿੱਥੇ ਵੀ ਜਾਂਦੀ ਸੀ ਮੇਰੇ ਬੇਟੇ ਨੂੰ ਮਤਲਬ ਤੋੜਦੀ ਸੀ ਹਰੇਕ ਨਾਲੋਂ। ਜਿਹੜੇ ਉਹਦੇ ਫਰੈਂਡ ਸਰਕਲ ਸੀਗਾ ਉਹਨਾਂ ਦੇ ਵੀ ਫੋਨ ਬਲੈਕ ਲਿਸਟ 'ਚ ਪਵਾਤੇ। ਅਤੇ ਹੌਲੀ ਹੌਲੀ ਬਦਲਦੀ ਮੈਂ ਮਰਨ ਤੋਂ ਮਹੀਨਾ ਸਵਾ ਮਹੀਨਾ ਪਹਿਲਾਂ ਇਹਨੇ ਟੈਚੀਆਂ 'ਚ ਪਾ ਸਮਾਨ ਗੱਡੀ 'ਚ ਉੱਥੇ ਆਪਦੇ ਪੇਕੇ ਪਰਿਵਾਰ ਲੈ ਗਈ। ਅਤੇ ਉਸ ਤੋਂ ਬਾਅਦ ਮੁੰਡਾ ਵੀ ਥੋੜ੍ਹਾ ਜਿਹਾ ਬਦਲ ਗਿਆ ਜੀ। ਮਤਲਬ ਕਿ ਫਿਰ ਜਦੋਂ ਉਹਨੂੰ ਪਤਾ ਲੱਗਿਆ, ਉਹਨੇ ਫਿਰ ਆਪਣੀ ਮਾਂ ਨੂੰ ਦੱਸਤਾ ਸਾਰੀਆਂ ਗੱਲਾਂ ਵੀ ਇੱਥੇ ਤਾਂ ਮੈਂ ਆ ਤਾਂ ਗਿਆ, ਪਰ ਇਹ ਮੈਨੂੰ ਤੰਗ ਪਰੇਸ਼ਾਨ ਬਹੁਤ ਕਰਦੇ ਨੇ। ਵੀ ਮੰਮੀ ਕਹਿੰਦਾ ਵੀ ਅੱਜ ਮੈਂ 5 ਵਜੇ ਆ ਹੀ ਜਾਣਾ। 1:30-2 ਵਜੇ ਤੱਕ ਗੱਲਾਂ ਕਰਦਾ ਆਪਦੀ ਮਾਂ ਨਾਲ। ਉਦੋਂ ਬਾਅਦ ਇਹ ਬੜਿਆ ਛੜਿਆ ਕੇ ਇਹਦੀ ਬਹੂ ਨੇ ਇਹਨੂੰ ਘਰ ਬੁਲਾ ਲਿਆ। 2 ਵਜੇ ਗੱਲਾਂ ਕਰਨ ਦੇ ਬਾਵਜੂਦ 4:30 ਵਜੇ ਤੇ ਦੀਪਕ ਦਾ ਦੋਸਤ ਆਉਂਦਾ, ਕਹਿੰਦਾ ਵੀ ਇਸ ਤਰ੍ਹਾਂ ਕਰਕੇ ਆਹ ਕਹਾਣੀ ਹੋ ਗਈ। ਅਸੀਂ 5:15 ਵਜੇ ਮੈਂ ਸਾਬਕਾ ਸਰਪੰਚ ਨੂੰ ਲੈ ਗਿਆ, ਮੇਰੇ ਜਾਂਦੇ ਹੁੰਦਾ ਫਰਿੱਜ 'ਚ ਲਾਇਆ ਪਿਆ ਸੀ। ਦੂਜੀ ਗੱਲ ਆ ਗਈ ਪੁਲਿਸ ਵਾਲਿਆਂ ਦੀ। ਪੁਲਿਸ ਵਾਲਿਆਂ ਕੋਲੇ ਮੈਂ ਫੋਨ ਕਰਕੇ ਹੰਭ ਗਿਆ ਵੀ ਕੋਈ ਰੇਡ ਕਰੋ। ਪੁਲਿਸ ਵਾਲੇ ਮੈਨੂੰ ਜਵਾਬ ਦਿੰਦੇ ਨੇ, ਦੱਸੋ ਜੀ ਕਿੱਥੇ ਨੇ, ਅਸੀਂ ਲੈ ਆਉਂਦੇ ਹਾਂ। 2 ਵਾਰੀ ਮੈਂ ਰੇਡ ਕਰਵਾਈ ਇਹਨਾਂ ਦੇ ਘਰ 'ਤੇ, ਆਪ ਜਾ ਕੇ ਖੁਦ ਆਪਦੀ ਗੱਡੀ 'ਚ ਲਿਜਾ ਕੇ। ਉੱਥੇ ਉਹਨਾਂ ਦੇ ਜਿੰਦੇ ਲੱਗੇ ਹੁੰਦੇ ਸੀ, ਸਾਨੂੰ ਦੱਸੋ ਜੀ ਕਿੱਥੇ ਨੇ। ਮੈਂ ਤਾਂ ਇਹਨਾਂ ਦੀਆਂ ਕੋਈ ਰਿਸ਼ਤੇਦਾਰੀਆਂ ਨਹੀਂ ਜਾਣਦਾ ਜੀ। ਮੈਂ ਤਾਂ ਖੁਦ ਨਹੀਂ ਇਹਨਾਂ ਦੇ ਘਰੇ ਕਿਤੇ ਗਿਆ। ਹਾਲਾਂਕਿ ਉਹ ਥਾਣਾ ਉੱਥੇ ਜਾਂ ਚੌਂਕੀ ਜੋ ਵੀ ਸੀ ਉਹ ਲੋਕਲ ਸੀਗਾ, ਤੁਸੀਂ ਤਾਂ ਇੰਨੀ ਦੂਰੋਂ ਆਉਣਾ ਸੀਗਾ, ਉਹਨਾਂ ਨੂੰ ਜ਼ਿਆਦਾ ਪਤਾ। ਨਹੀਂ, ਇਹ ਗੱਲ ਦੱਸੋ, ਮੈਨੂੰ ਜਵਾਬ ਦਿਓ ਵੀ ਪੁਲਿਸ ਵਾਲਾ ਇਨਵੈਸਟੀਗੇਸ਼ਨ ਏਜੰਸੀ ਹੈ, ਉਹਨੂੰ ਕੋ ਤੂੰ ਆਪਣੀ ਵਰਦੀ ਲਾ, ਕੱਛਾ ਬਣਨ ਪਾ ਲੈ। ਹਾਂ, ਤੇ ਸਾਨੂੰ ਦੇ ਵਰਦੀ, ਅਸੀਂ ਦੱਸ ਦਿੰਦੇ ਕਿੱਦਾਂ ਲੱਭੀ ਦਾ। ਉਹਦੀ ਕੁੜੀ ਦੇ ਮੋਬਾਈਲ ਡਿਟੇਲ ਕਢਾਓ, ਉਹਦੀ ਮਾਂ ਦੇ ਮੋਬਾਈਲ ਡਿਟੇਲ ਕਢਾਓ, ਉਹਦੇ ਪਿਓ ਦੇ ਮੋਬਾਈਲ ਡਿਟੇਲ ਕਢਾਓ, ਪਤਾ ਲੱਗ ਜੂ ਰਿਸ਼ਤੇਦਾਰ ਕੌਣ ਕੌਣ ਹੈ ਤੇ ਕਿੱਥੇ ਰਹਿੰਦਾ। ਅੱਜ ਤੱਕ ਪੁਲਿਸ ਨੇ ਕੀ ਐਫਰਟ ਕੀਤੀ, ਮੈਨੂੰ ਇੱਕ ਵੀ ਜਵਾਬ ਦੇ ਪੁਲਿਸ ਵਾਲਾ। ਕਿਉਂਕਿ ਪੈਸੇ ਖਾਤੇ ਦੂਜੀ ਪਾਰਟੀ ਤੋਂ। ਮੈਂ ਸ਼ਰੇਆਮ ਕਹਿੰਦਾ ਪਿਆ, ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਾਣਾ। ਚੋਰਾਂ ਕੋ, ਕਾਤਲਾਂ ਕੋ ਪੈਸੇ ਖਾਦੇ ਆ। ਅੱਜ ਵੀ ਮੈਂ ਮਿਲਿਆ ਆਈਓ ਨੂੰ, ਮੈਂ ਕਿਹਾ LOC ਕੱਟੀ, ਕਾਪੀ ਦੇ ਭਾਈ। ਉਹ ਜੀ ਕਾਪੀ ਉੱਥੇ ਪਈ ਹੈ। ਕਿਹੜਾ ਆਈਓ ਐਸਾ ਹੈ ਜਿਹੜੇ ਮਿਸਲ ਦੇ ਕਾਗਜ਼ ਘਰ ਛੱਡ ਕੇ ਆਏਗਾ? ਹਾਈ ਕੋਰਟ 'ਚ ਮੰਗ ਲੈਂਦੀ, ਕੀ ਜਵਾਬ ਦਿੰਦਾ? ਸੋ ਮੀਨਸ ਕਿਤੇ ਨਾ ਕਿਤੇ ਇਹ ਰਲੇ ਨੇ ਉਹਨਾਂ ਨਾਲ। ਜੇ ਮੈਂ ਆਈਓ ਨਾਲ ਸੰਪਰਕ ਜਾਂ ਮੇਰਾ ਨੰਬਰ ਮੈਂ ਉਹਨੂੰ ਫੀਡ ਕਰਾਇਆ, ਮੈਂ ਉਹਨੂੰ ਕਿਹਾ ਜਦੋਂ ਇਹ ਲੋਕ ਬੇਲ ਲਾਣ ਮੈਨੂੰ ਦੱਸੀ। ਅੱਜ ਇਹਨਾਂ ਨੂੰ ਦੱਸਿਆ ਉਹਨੇ 6 ਵਜੇ, ਕਿਉਂਕਿ ਉਹ ਚਾਹੁੰਦਾ ਸੀ ਵੀ ਇਹਨਾਂ ਦੀ ਗੱਡੀ 'ਚ ਆ ਜੇ। ਕੋਈ ਇਤਰਾਜ਼ ਨਹੀਂ ਸਾਨੂੰ ਗੱਡੀ 'ਚ ਲਿਆਉਣ ਨੂੰ, ਵੀ ਚਲੋ ਵੀ ਇਨਸਾਨ ਹੈ, ਪਰੇਸ਼ਾਨ ਨਾ ਹੋਵੇ, ਵੀ ਬੱਸਾਂ 'ਚ ਧੱਕੇ ਖਾਏਗਾ, ਲਿਆਉਣ ਨੂੰ ਤਿਆਰ ਸੀ, ਪਰ ਇਹਨਾਂ ਨਾਲ ਨਹੀਂ ਸੰਪਰਕ ਹੋਇਆ। ਅਦਰਵਾਈਜ਼ ਪਹਿਲਾਂ 3 ਬੇਲਾਂ ਲੱਗੀਆਂ ਸੈਸ਼ਨ ਕੋਰਟ 'ਚ, ਇੱਕ ਵਾਰ ਨਹੀਂ ਉਹਨੇ ਇੰਟੀਮੇਟ ਕੀਤਾ। ਮੈਨੂੰ ਕਰ ਸਕਦਾ ਸੀ, ਇਹਦੇ ਭੋਲੇ ਲੋਕ ਨੇ, ਇਹਨਾਂ ਨੂੰ ਨਹੀਂ ਪਤਾ ਵੀ ਅੱਜ ਕੀ ਹੋਣਾ ਕੋਰਟ 'ਚ ਜਾ ਕੇ। ਬੋਲਣਾ ਕੀ, ਇਹ ਤੇ ਬੋਲ ਵੀ ਨਹੀਂ ਸਕਦੇ, ਉੱਥੇ ਕੰਬ ਜਾਂਦਾ ਆਦਮੀ। ਸਾਨੂੰ ਕਿੰਨੀ ਦੇਰ ਕੰਬ ਆਉਂਦਾ ਰਿਹਾ, ਅਸੀਂ ਜਦੋਂ ਨਵੀਂ ਪ੍ਰੈਕਟਿਸ ਸ਼ੁਰੂ ਕੀਤੀ ਸੀ। ਇਹ ਤੇ ਸਧਾਰਨ ਲੋਕ ਨੇ। ਚੰਗਾ ਪੜਿਆ ਲਿਖਿਆ ਨਰਵਸ ਹੋ ਜਾਂਦਾ। ਮੈਂ ਕਿਹਾ ਅਸੀਂ ਨਰਵਸ ਹੁੰਦੇ ਰਹੇ ਹਾਂ ਹਾਈ ਕੋਰਟ 'ਚ, ਸਾਡਾ ਟਾਈਮ ਸੀ ਕੋਈ ਵੀ ਸਾਨੂੰ ਡਰ ਲੱਗਦਾ ਸੀ। ਜਦੋਂ ਹੁਣ ਸਵਾਲ ਜਵਾਬ ਕੀਤੇ, ਗਰੂਮ ਕੀਤਾ, ਕੋਰਟ ਨੇ ਸਾਨੂੰ ਐਪਰੀਸ਼ੀਏਟ ਕੀਤਾ, ਕੁਝ ਕੰਮਾਂ 'ਤੇ ਕੌਨਫੀਡੈਂਸ ਵਧਿਆ। ਪਰ ਕਿਸੇ ਜ਼ਮਾਨੇ 'ਚ ਅਸੀਂ ਵੀ ਡਰਦੇ ਰਹੇ ਹਾਂ। ਫਿਰ ਸੈਸ਼ਨ ਕੋਰਟ ਦੀਆਂ ਬੇਲਾਂ ਬਾਰੇ ਨੇ ਦੱਸਿਆ, ਅੱਜ ਤੱਕ ਕੋਈ ਰਿਕਵਰੀ ਨਹੀਂ ਕੀਤੀ। ਲਿਖਿਆ ਸੈਸ਼ਨ ਜੱਜ ਸਾਹਿਬ ਨੇ ਸਾਰੀਆਂ ਫਾਈਂਡਿੰਗ ਵੀ ਭਾਵੇਂ ਪੁਲਿਸ ਨੇ ਕਹਿ ਤਾ ਵੀ ਰਿਕਵਰੀ ਨਹੀਂ ਚਾਹੀਦੀ, ਪਰ ਮੈਨੂੰ ਇਨਵੈਸਟੀਗੇਸ਼ਨ 'ਤੇ ਸ਼ੱਕ ਹੈ। 306 ਦੀ ਇਨਵੈਸਟੀਗੇਸ਼ਨ 'ਚ ਕੀ ਕੁਝ ਪੂਰਾ ਕਰਨਾ ਹੁੰਦਾ, ਮੈਨੂੰ ਪੁਲਿਸ ਵਾਲਾ ਦੱਸੇ ਤਾਂ ਸਹੀ। 172 CRPC 'ਚ ਕੇਸ ਡਾਇਰੀ ਬਣਾਉਣੀ ਹੁੰਦੀ, ਕੀ ਬਣਾਇਆ ਉਹਨੇ? ਕੁਝ ਵੀ ਨਹੀਂ। ਅੱਜ ਦੇ ਜਵਾਬ ਤੋਂ ਮੈਨੂੰ ਕਲੀਅਰ ਹੋ ਗਿਆ। ਮੈਂ ਕਿਹਾ LOC ਦੀ ਕਾਪੀ ਦੇ ਦਿਓ। LOC ਇਜ਼ ਅ ਪਬਲਿਕ ਡਾਕੂਮੈਂਟ। ਮੈਂ ਜਨਤਾ ਨੂੰ ਵੀ ਦੱਸ ਦਿਆਂ, LOC ਜਿਹੜਾ ਹੁੰਦਾ ਲੁੱਕ ਆਊਟ ਸਰਕੂਲਰ, ਇਹਦਾ ਮਤਲਬ ਵੀ ਇਸ ਬੰਦੇ ਦੇ ਪ੍ਰਤੀ ਧਿਆਨ, ਨਜ਼ਰਾਂ ਖੋਲ ਕੇ ਰੱਖੋ। ਜਦੋਂ ਇਹ ਬੰਦਾ ਕੋਈ ਬਾਰਡਰ ਕ੍ਰੋਸ ਕਰਨ ਲੱਗੇ, ਈਵਨ ਸਟੇਟ ਬਾਰਡਰ, ਉੱਥੇ ਵੀ ਇਨਵੈਸਟੀਗੇਸ਼ਨ 'ਚ ਫੜਿਆ ਜਾ ਸਕਦਾ, ਜਿਹੜੀ ਉੱਥੋਂ ਦੀ ਲੋਕਲ ਪੁਲਿਸ ਹੈ। ਜੇ ਟਰੈਵਲ ਕਰਨ ਲੱਗੇ ਇੰਟਰਨੈਸ਼ਨਲ ਤੇ 100% ਹੀ ਫੜਿਆ ਜਾਏਗਾ। ਉੱਥੇ ਵੀ ਲੁੱਕ ਆਊਟ ਸਰਕੂਲਰ ਇਹਨਾਂ ਨੇ ਜਾਰੀ ਕੀਤਾ, ਉਹਦੀ ਕਨਫਰਮੇਸ਼ਨ ਰਿਪੋਰਟ ਮੰਗਾਈ, ਪੁਲਿਸ ਨੂੰ ਪੁੱਛੋ ਜਰਾ। ਔਰ ਲੁੱਕ ਆਊਟ ਸਰਕੂਲਰ ਵਿੱਚ ਹਰ 에ਅਰਪੋਰਟ ਦੇ ਉੱਤੇ, ਇਹਦਾ ਮੇਨ ਇਮੀਗ੍ਰੇਸ਼ਨ ਡਿਪਾਰਟਮੈਂਟ ਆ, ਉੱਥੇ ਸਰਕੂਲਰ ਲੱਗਦਾ। ਜਦੋਂ ਵੀ ਕੋਈ ਬੰਦਾ 에ਅਰਪੋਰਟ ਤੋਂ ਫਲਾਈ ਕਰਨ ਲੱਗੇ ਤਾਂ ਉਹਨੂੰ ਉੱਥੇ ਅਰੈਸਟ ਕਰ ਲਿਆ ਜਾਂਦਾ, ਤਾਂ ਕਿ ਉਹ ਇੰਡੀਆ ਛੱਡ ਕੇ ਬਾਹਰ ਨਾ ਭੱਜੇ, ਤਾਂ ਕਿ ਜਸਟਿਸ ਡਿਲੇ ਨਾ ਹੋਵੇ। ਕਿਉਂਕਿ ਕ੍ਰਿਮੀਨਲ ਕੇਸਾਂ ਵਿੱਚ ਦੋਸ਼ੀ ਦਾ ਸਾਹਮਣੇ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕੇਸ ਸਾਈਨਡ ਆਈ ਜਾਂ ਰਿਕਾਰਡ ਰੂਮ 'ਚ ਚਲੇ ਜਾਂਦੇ ਨੇ ਕਿਸੇ ਵੀ ਪ੍ਰੋਸੈਸ 'ਚ। ਪਰ ਇੱਕ ਗੱਲ ਦੱਸ ਦਿੰਦਾ, ਮੈਨੂੰ ਉਸ ਤੋਂ ਅਗਲੇ ਪ੍ਰੋਸੈਸ ਵੀ ਪਤਾ ਹੈ, ਕੋਰਟ ਨੂੰ ਵੀ ਪਤਾ ਹੈ। ਇਹ ਨਾ ਸਮਝਣ ਮੁਲਜ਼ਮ ਕਿ ਜੇ ਉਹ ਇੱਕ ਕੇਸ 'ਚੋਂ ਬਚ ਗਏ ਨੇ, ਮੰਨ ਲਓ ਇਹਦੇ 'ਚੋਂ, ਤੇ ਅਗਲੇ ਕੇਸਾਂ 'ਚ ਨਹੀਂ ਫਸਣਗੇ।
ਜਿਹੜੀ ਉਹਨਾਂ ਨੇ ਕੋਰਟ 'ਚ ਝੂਠ ਬੋਲਿਆ, ਜਿਹੜੀ ਉਹਦੇ ਖਿਲਾਫ FIR ਨੰਬਰ 78 ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਤਰੀਕ 14/3/2019 ਭੁੱਕੀ ਦਾ ਕੇਸ ਸੀ। ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਫਿਕ ਸਬਸਟੈਂਸ ਦਾ ਜਿਹੜਾ ਐਕਟ ਦੀ ਧਾਰਾ 15 'ਚ ਉਹਦੇ ਤੇ ਪਰਚਾ ਦਰਜ ਹੋਇਆ, ਉਹਦੇ 'ਚ ਉਸ ਬੰਦੇ ਨੂੰ ਸਜ਼ਾ ਹੋਈ ਹੈ ਜਗਦੀਪ ਸਿੰਘ ਨੂੰ। ਤੇ ਜਗਦੀਪ ਸਿੰਘ ਦੀ ਕਿਆ ਘਰ ਦੀ ਨੂੰ ਨਹੀਂ ਪਤਾ ਉਹਦੇ ਘਰ ਵਾਲੇ ਤੇ ਸਜ਼ਾ ਹੋਈ ਹੈ? ਕਿਆ ਉਹਦੀ ਕੁੜੀ ਲਵਪ੍ਰੀਤ ਲਵੀ ਦੇ ਕਾਤਲ ਸਹੁਰੇ, ਸਹੀ ਸਪੈਲਿੰਗ ਬੋਲਨੇ ਆ, ਸਹੀ ਨਾਂ ਲੈਣਾ, ਲਵਪ੍ਰੀਤ ਲਵੀ ਦੇ ਕਾਤਲ ਸਹੁਰੇ ਦੇ ਉੱਤੇ ਡਰੱਗ ਦੇ ਕੇਸ ਨੇ। ਫਿਰ ਉਹਦੇ ਤੇ ਇੱਕ ਹੋਰ ਆਪਣੇ ਹੈਗੇ ਨੇ ਸਰਦਾਰ ਗ੍ਰੰਥੀ ਸਾਹਿਬ ਜੀ, ਉਹਨਾਂ ਦਾ ਨਾਂ ਹੈ ਸਰਦਾਰ ਕਰਨੈਲ ਸਿੰਘ, ਗੁਰਦੁਆਰਾ ਬਾਬਾ ਅਜੀਤ ਸਿੰਘ ਜੀ ਨੀਅਰ ਪਾਰਕ ਹੈਬੋਵਾਲ ਕਲਾਂ, ਉਹਨਾਂ ਵੱਲੋਂ ਇਹਦੇ ਤੇ ਕੇਸ, ਉਹਦੇ 'ਚ ਉਹਨੂੰ ਸਜ਼ਾ ਹੋਈ ਹੈ। ਉਹਦੇ 'ਚ ਬੰਦੇ ਨੇ ਅਪੀਲ ਵੀ ਲਾਈ ਹੋਈ ਆਪਣੀ। ਤੇ ਜਿਸ ਬੰਦੇ ਨੂੰ ਕਿਆ ਉਹਦੀ ਵਾਈਫ ਨੂੰ ਨਹੀਂ ਪਤਾ? ਇਹਦਾ ਮਤਲਬ ਤਿੰਨਾਂ ਨੇ ਰਲ ਕੇ ਮਾਨਯੋਗ ਹਾਈ ਕੋਰਟ ਕੋਲੋਂ ਵੀ ਤੇ ਮਾਨਯੋਗ ਲੋਅਰ ਕੋਰਟ ਕੋਲੋਂ ਵੀ 340 ਇਹਨਾਂ ਨੇ ਕੰਸੀਲ ਕੀਤਾ ਫੈਕਟ ਆਪਣੀ FIR ਬਾਰੇ। ਤੇ ਕਿਆ ਹੈ 340 ਦੇ ਭਾਗੀਦਾਰ ਨਹੀਂ, 340 ਸਟੈਂਡਸ ਫॉर ਪਰਜਰੀ। ਕੋਰਟ ਕੋਲੋਂ ਕੋਈ ਐਕਟ ਆਪਣਾ ਕੰਸੀਲ ਕਰਨਾ, ਔਰ ਮੈਂ ਵਿਦਿਨ 1 ਵੀਕ ਮਾਨਯੋਗ ਹਾਈ ਕੋਰਟ 'ਚ 340 ਲਾਉਣ ਲੱਗਾ ਤੇ ਸੈਸ਼ਨ ਕੋਰਟ 'ਚ ਅਗਲੇ ਹਫਤੇ 'ਚ ਲੱਗ ਜਾਣੀ। ਇਹ ਵੀ ਕਹਿ ਸਕਦੇ ਮਾਨਯੋਗ ਅਦਾਲਤਾਂ ਨੂੰ ਵੀ ਧੋਖੇ 'ਚ ਰੱਖਿਆ, ਗੁੰਮਰਾਹ ਕਰਨਾ। ਗੁੰਮਰਾਹ ਕੀਤਾ। ਜਿਹੜੇ ਬੰਦੇ ਮਾਨਯੋਗ ਅਦਾਲਤ ਨੂੰ ਗੁੰਮਰਾਹ ਕਰਨ ਲੱਗੇ ਨਹੀਂ ਡਰਦੇ ਪਏ, ਐਫੀਡੇਵਿਟ ਦਿੱਤਾ ਝੂਠਾ, ਉਹਦੇ ਤੋਂ ਨਹੀਂ ਡਰਦੇ ਪਏ, ਤੇ ਉਹਨਾਂ ਲਈ ਮਰਡਰ ਕਰਨਾ ਕਿੰਨਾ ਔਖਾ ਕੰਮ ਹੈ। ਇੱਕ ਹੋਰ ਅੱਜ ਖੁਲਾਸਾ ਕਰਨਗੇ ਦੇ ਪਾਪਾ ਆਪਣੇ ਮਨਜੀਤ ਭਾਜੀ ਵੀ ਉਸ ਬੰਦੇ ਨੇ ਪੰਚਾਇਤ ਵਿੱਚ, ਕਾਤਲ ਸਹੁਰੇ ਨੇ ਪੰਚਾਇਤ ਵਿੱਚ ਕੀ ਸ਼ਬਦ ਵਰਤੇ, ਉਹ ਸ਼ਬਦ ਵੀ ਇਹ ਤੁਹਾਨੂੰ ਸੁਣਾ ਕੇ ਜਾਣਗੇ ਅੱਜ, ਔਰ ਉਹ ਸ਼ਬਦ ਚੁਕਾਉਣ ਵਾਲੇ ਨੇ।